ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਮਾਈ ਵੀਜ਼ਾ ਅਪਡੇਟ ਦੇ ਸਾਡੇ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਸਟੂਡੈਂਟਸ, ਅੱਜ ਦਾ ਸ਼ੋਅ ਇਸ ਮਾਇਨੇ ਦੇ ਵਿੱਚ ਖਾਸ ਹੈ ਕਿ ਕੈਨੇਡਾ ਦੀ ਗੱਲ ਕਰਾਂਗੇ, ਬਟ ਉਹ ਸਾਰੇ ਪਹਿਲੂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜਿਨ੍ਹਾਂ ਨਾਲ ਕੈਨੇਡਾ ਵੀਜ਼ਾ ਆਉਣ ਦੀ ਸੰਭਾਵਨਾ ਵੱਧਦੀ ਹੈ। ਫਿਰ ਚਾਹੇ ਉਹ ਪ੍ਰੋਵਿੰਸ ਦੀ ਸਿਲੈਕਸ਼ਨ ਹੋਵੇ, ਚਾਹੇ ਉਹ SOP ਹੋਵੇ, ਚਾਹੇ ਉਹ ਫਾਈਲ ਲਗਾਉਣ ਦਾ ਤਰੀਕਾ ਹੋਵੇ, ਜਾਂ ਫਿਰ ਉਹ तमाम ਛੋਟੀਆਂ ਗਲਤੀਆਂ ਜਿਨ੍ਹਾਂ ਨੂੰ ਇਗਨੋਰ ਕਰਨਾ ਬਹੁਤ ਆਸਾਨ ਹੈ, ਜਿਹੜੀਆਂ ਰਿਫਿਊਜ਼ਲ ਨੂੰ ਵੀਜ਼ੇ ਦੇ ਵਿੱਚ ਬਦਲ ਸਕਦੀਆਂ। ਸੋ ਕੋਸ਼ਿਸ਼ ਕਰਿਓ ਕਿ ਸ਼ੋਅ ਨੂੰ ਐਂਡ ਤੱਕ ਜ਼ਰੂਰ ਦੇਖੋ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਸਾਡੇ ਅੱਜ ਦੇ ਗੈਸਟ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ ਹੋਣਾ। ਕੰਵਰ ਸਾਹਿਬ, ਸਵਾਗਤ। ਥੈਂਕ ਯੂ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਕੰਵਰ ਸਾਹਿਬ, ਅੱਜ ਮੈਂ ਚਾਹੂੰਗਾ ਕਿ ਜਿਹੜੇ ਨਿਚੋੜ ਵਾਲੀਆਂ ਗੱਲਾਂ ਉਹ ਤੁਹਾਡੇ ਤੋਂ ਇਨਫੋਰਮੇਸ਼ਨ ਹਾਸਲ ਕੀਤੀ ਜਾਵੇ, ਸਟੂਡੈਂਟਸ ਦੇ ਬਹੁਤ ਜ਼ਿਆਦਾ ਕੰਮ ਆਵੇ, ਤੇ ਕਿਵੇਂ ਇਨਸ਼ੋਰ ਕੀਤਾ ਜਾ ਸਕਦਾ ਹੈ ਕਿ ਕੈਨੇਡਾ ਜਿਹੜੀ ਫਾਈਲ ਲੱਗੀ ਆ ਉਹਦੇ ਤੇ ਰਿਫਿਊਜ਼ਲ ਨਾ ਆਵੇ, ਉਹਦੇ ਵੀਜ਼ੇ ਦੇ ਚਾਂਸਿਸ ਵਧਣ। ਸੋ ਸ਼ੁਰੂਆਤ ਮੈਂ ਚਾਹੂੰਗਾ ਫਾਈਲ ਲਗਾਉਣ ਤੋਂ, ਜਿਹੜਾ ਪ੍ਰੋਸੈਸ ਹੈ ਉਹਦੇ 'ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ? ਦੇਖੋ, ਕੈਨੇਡਾ ਜਦੋਂ ਵੀ ਆਪਾਂ ਫਾਈਲ ਲਾਉਂਦੇ ਹਾਂ, ਨੋ ਡਾਊਟ ਕਿ ਜਿਹੜਾ ਕੈਨੇਡਾ ਦਾ ਕਰੇਜ਼ ਆ ਉਹ ਸ਼ਾਇਦ ਕਿਸੇ ਵੀ ਹੋਰ ਕੰਟਰੀ ਨਾਲੋਂ ਜ਼ਿਆਦਾ ਆ, ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਆ, ਕਿਉਂਕਿ ਹਰ ਬੱਚਾ ਇਹ ਸੋਚਦਾ ਵੀ ਔਰ ਹੈਗਾ ਵੀ ਅਸਲ 'ਚ ਕਿ ਜਿਹੜਾ ਬੱਚਾ ਕੈਨੇਡਾ ਵੜ ਜਾਂਦਾ ਉਹ ਬਿਨਾਂ PR ਤੋਂ ਨਹੀਂ ਆਉਂਦਾ, ਔਰ ਨਾ ਹੀ ਕਦੀ ਉਹਨੂੰ PR ਲੈਣ 'ਚ ਪ੍ਰੋਬਲਮ ਆਉਂਦੀ ਹੈ। ਇਟਸ ਲਾਈਕ ਅ ਕੇਕ ਵਾਕ ਸਿਨਾਰੀਓ। ਹੁਣ ਕੈਨੇਡਾ ਦੇ ਵਿੱਚ ਜਾਣਾ ਜਿਹੜਾ ਹੈ ਜੀ, ਉਹ ਹਰ ਬੱਚੇ ਲਈ ਪੋਸੀਬਲ ਨਹੀਂ ਗਾ। ਉਹਦੇ 'ਚ ਪ੍ਰੋਫਾਈਲ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਕਈ ਚੀਜ਼ਾਂ ਨੇ ਤੁਹਾਡੇ ਪ੍ਰੋਫਾਈਲ ਦੇ ਵਿੱਚ। ਨਾਰਮਲੀ ਸਿਰਫ ਜਿਹੜੀਆਂ ਤੁਸੀਂ ਐਡਾਂ ਦੇਖਦੇ ਹੋ, ਜਿਹੜੇ ਤੁਸੀਂ ਐਡਸ ਦੇਖ ਕੇ ਫਟਾਫਟ ਏਜੰਟਸ ਕੋਲ ਭੱਜ ਜਾਂਦੇ ਹੋ, ਤੁਸੀਂ ਸਿਰਫ ਸੋਚਦੇ ਹੋ ਆਈਲੈਟਸ। ਓਕੇ ਜੀ, ਆਈਲੈਟਸ 1 'ਚ 5.5 ਇਹਨੇ ਕਹਿ ਦਿੱਤਾ, 2 'ਚ 5.5 ਉਹਨੇ ਕਹਿ ਦਿੱਤਾ, ਫਟਾਫਟ ਅਪਲਾਈ ਕਰ ਲਓ। ਅਸਲ 'ਚ ਕੈਨੇਡਾ 'ਚ ਪ੍ਰੋਫਾਈਲ ਚੱਲਦਾ ਹੈ, ਕੰਪਲੀਟ ਪ੍ਰੋਫਾਈਲ। ਆਈਲੈਟਸ ਉਹਦਾ ਇੱਕ ਪਾਰਟ ਆ। ਸੋ ਤੁਸੀਂ ਆਇਲਸ ਨਾਲ ਅਪਲਾਈ ਕਰ ਰਹੇ ਹੋ, ਪ੍ਰੈਫਰੇਬਲੀ 6 'ਚ ਹੋਣਾ ਚਾਹੀਦਾ, 1 'ਚ 5.5 ਅਸੈਪਟੇਬਲ ਹੈ, 2 'ਚ 5.5 ਬਹੁਤ ਵੱਡਾ ਰਿਫਿਊਜ਼ਲ ਰੇਟ ਆ, ਕਿਤੇ ਨਾ ਕਿਤੇ 10% ਵੀਜ਼ਾ ਆਉਣ ਦੇ ਚਾਂਸ ਹੈ, ਵੈਰੀ ਰੇਅਰ ਕੇਸ। ਸੋ 1 'ਚ 5.5 ਕਿਤੇ ਨਾ ਕਿਤੇ ਅਸੈਪਟ ਹੋ ਸਕਦਾ, ਉਹਦੇ 'ਚ ਵੀਜ਼ਾ ਵੀ ਆ ਸਕਦਾ, ਉਹਦੇ 'ਚ ਸਕਸੈਸ ਰੇਟ ਵੀ ਮਿਲ ਸਕਦੀ ਹੈ। ਬਟ ਇਹਦੇ ਨਾਲ ਜਿਹੜੇ +2 ਵਾਲੇ ਸਟੂਡੈਂਟ ਹੈ, ਉਹਨਾਂ ਦਾ ਕੋਰ ਸਬਜੈਕਟਸ ਦਾ ਸਕੋਰ ਬਹੁਤ ਮੈਟਰ ਕਰਦਾ ਹੈ। ਸੋ ਕੋਰ ਸਬਜੈਕਟਸ ਕਿਹੜੇ ਹੁੰਦੇ ਨੇ? ਜਿਹੜੇ ਨਾਨ ਮੈਡੀਕਲ ਸਟੂਡੈਂਟ ਹੈ, ਫਿਜ਼ਿਕ, ਕੈਮਿਸਟਰੀ, ਮੈਥ। ਮੈਡੀਕਲ ਸਟੂਡੈਂਟ ਲਈ ਬਾਇਓ, ਫਿਜ਼ਿਕ, ਕੈਮਿਸਟਰੀ। ਕਾਮਰਸ ਵਾਲੇ ਸਟੂਡੈਂਟ ਲਈ ਅਕਾਊਂਟਸ, ਆਪਣਾ ਇਕਨੋਮਿਕਸ ਐਂਡ ਬਿਜ਼ਨਸ। ਸੋ ਇੱਦਾਂ ਹੀ ਆਰਟਸ ਵਾਲੇ ਦੇ ਆਪਣੇ ਕੋਰ ਸਬਜੈਕਟ ਹੁੰਦੇ ਨੇ। ਸੋ ਤੁਹਾਡੇ ਕੋਰ ਸਬਜੈਕਟਾਂ ਦੇ ਉੱਤੇ ਜਿਹੜੀ ਪਕੜ ਹੈ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ, ਉਹਦੇ ਅੱਛੇ ਸਕੋਰ ਹੋਣਾ ਜ਼ਰੂਰੀ ਹੈ। ਅਗਰ ਉਹਦੇ 'ਚੋਂ ਕਿਸੇ ਇੱਕ ਸਬਜੈਕਟ 'ਚ ਸਕੋਰ ਘੱਟ ਹੈ ਤਾਂ ਫਿਰ ਤੁਹਾਨੂੰ ਕੋਰਸ ਦੀ ਸਿਲੈਕਸ਼ਨ ਬੜਾ ਸੋਚ ਕੇ ਕਰਨੀ ਪਊਗੀ, ਕਿਉਂਕਿ ਅਗਰ ਉਸ ਕੋਰਸ ਦੇ ਵਿੱਚ ਉਹ ਵਾਲਾ ਸਬਜੈਕਟ ਰਿਕੁਆਇਰਡ ਹੋਊਗਾ ਤਾਂ ਉਹ ਤੁਹਾਡੇ ਲਈ ਇੱਕ ਚੈਲੰਜ ਕ੍ਰੀਏਟ ਕਰ ਦੂਗਾ ਵੀਜ਼ਾ ਲੈਣ ਦੇ ਵਿੱਚ। ਸੋ ਗ੍ਰੈਜੂਏਟ ਨੂੰ ਆਹ ਮੁਸ਼ਕਲ ਉਨੀ ਜ਼ਿਆਦਾ ਨਹੀਂ ਹੁੰਦੀ। ਗ੍ਰੈਜੂਏਟ ਦਾ ਓਵਰਆਲ ਪਰਫਾਰਮੈਂਸ ਦੇਖੀ ਜਾਂਦੀ ਹੈ, ਸੋ ਉਹ ਕਿਤੇ ਨਾ ਕਿਤੇ ਜ਼ਿਆਦਾ ਈਜ਼ੀਲੀ ਸਕਸੈਸ ਰੇਟ ਲੈ ਪਾਉਂਦੇ। ਪਰ +2 ਵਾਲੇ ਬੜੇ ਕਲੋਜ਼ਲੀ ਵਾਚ ਹੁੰਦੇ ਆ। ਸੋ +2 ਵਾਲਿਆਂ ਨੇ ਜਦੋਂ ਵੀ ਕੰਸਲਟੈਂਟ ਚੁਣਨਾ ਹੈ, ਕੋਰਸ ਚੁਣਨਾ ਹੈ, ਆਪਣਾ ਕਾਲਜ ਚੁਣਨਾ ਹੈ, ਉਹਨਾਂ ਨੂੰ ਬਹੁਤ ਚੀਜ਼ਾਂ ਧਿਆਨ 'ਚ ਰੱਖਣ ਦੀ ਲੋੜ ਹੈ, ਰਾਈਟ ਐਡਵਾਈਸ ਦੀ ਲੋੜ ਹੈ। ਕਾਹਲੀ 'ਚ ਸਸਤੇ ਫਾਈਲ ਲਵਾਉਣ ਦੇ ਚੱਕਰਾਂ 'ਚ, ਫ੍ਰੀ ਦਾ ਏਜੰਟ ਲੱਭਣਾ ਦੇ ਚੱਕਰਾਂ 'ਚ, ਕਿਉਂਕਿ ਕੈਨੇਡਾ 'ਚ ਫ੍ਰੀ ਦੇ ਏਜੰਟ ਵੀ ਬਹੁਤ ਮਿਲਣਗੇ ਜਿਹੜੇ ਤੁਹਾਡੇ ਕੋਲ ਬਿਲਕੁਲ ਪੈਸੇ ਨਹੀਂ ਲੈਣਗੇ, ਫਾਈਲ ਲਾਉਣਗੇ, ਕਿਉਂਕਿ ਕਮਿਸ਼ਨ ਆ ਜਾਣੀ ਹੈ। ਸੋ ਉਹਦੇ 'ਤੇ ਸਰਵਾਈਵ ਕਰ ਜਾਂਦੇ ਆ। ਬਟ ਕਿੰਨਾ ਕੁ ਕੰਮ ਕਰਦੇ ਤੁਹਾਡੇ ਕੇਸ 'ਤੇ ਉਹ ਮੈਟਰ ਕਰਦਾ ਹੈ। ਸਟੇਟਮੈਂਟ ਆਫ ਪਰਪਸ, ਕੈਨੇਡਾ ਦਾ ਵੀਜ਼ਾ ਇਹਦੇ 'ਤੇ ਟਿਕਿਆ, ਕੋਈ ਮੰਨੇ ਤੇ ਚਾਹੇ ਨਾ ਮੰਨੇ। ਜਿਹੜਾ ਨਹੀਂ ਮੰਨਦਾ ਉਹ ਕੈਨੇਡਾ ਦੇ ਜਿਹੜੇ ਲਾਸਟ ਵੈਬੀਨਾਰਸ ਹੋਏ ਸੀਗੇ ਉਹਨਾਂ ਨੂੰ ਸੁਣ ਲੇ ਤਾਂ ਉਹਨੂੰ ਸਮਝ ਆ ਜਾਊਗਾ ਕਿ SOP ਦੀ ਕਿੰਨੀ ਇੰਪੋਰਟੈਂਸ ਹੈ। ਅਮਰਜੀਤ ਜੀ, SOP ਨੂੰ ਵੀ ਮੈਂ ਡਿਟੇਲ 'ਚ ਸਮਝਣਾ ਚਾਹੂੰਗਾ ਤੁਹਾਡੇ ਤੋਂ, ਕਿਉਂਕਿ SOP ਕਰਕੇ ਰਿਫਿਊਜ਼ਲ ਆਉਣੀ ਬਹੁਤ ਹੀ ਮੰਦਭਾਗੀ ਹੈ, ਕਿਉਂਕਿ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਅਵੋਇਡ ਕੀਤਾ ਜਾ ਸਕਦਾ। ਕਈ ਚੀਜ਼ਾਂ ਇਹੋ ਜਿਹੀਆਂ ਵੀ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਅਵੋਇਡ ਕਰਨਾ ਮੁਸ਼ਕਲ ਹੈ, ਪਰ SOP 'ਤੇ ਕੰਮ ਕੀਤਾ ਜਾ ਸਕਦਾ ਹੈ। ਇਸ ਕਰਕੇ ਇਹਨੂੰ ਬਹੁਤ ਡਿਟੇਲ 'ਚ ਸਮਝਾਂਗੇ। SOP 'ਚ ਕੀ ਗਲਤੀਆਂ ਹੁੰਦੀਆਂ? ਦੇਖੋ, ਇੱਕ ਚੀਜ਼ ਪਹਿਲਾਂ ਸਮਝਣੀ ਜ਼ਰੂਰੀ ਹੈ ਬੱਚਿਆਂ ਨੂੰ ਕਿ ਤੁਸੀਂ ਕੈਨੇਡਾ ਦੇ ਜਿੰਨੇ ਵੀ ਰਿਫਿਊਜ਼ਲ ਮਾਰਕੀਟ 'ਚ ਸੁਣੇ ਹੋਣਗੇ ਕਿਸੇ ਦੇ ਵੀ, ਉਹਦੇ ਵਿੱਚੋਂ 50% ਤੋਂ ਜ਼ਿਆਦਾ ਰਿਫਿਊਜ਼ਲ ਸਿਰਫ SOP ਦੇ ਸਿਰ 'ਤੇ ਰਿਕਵਰ ਹੋ ਜਾਂਦਾ ਹੈ। ਮਤਲਬ ਉਸ ਫਾਈਲ ਨੂੰ ਉੱਦਾਂ ਦਾ ਉੱਦਾਂ ਹੀ ਉਸੇ ਕੋਰਸ, ਉਸੇ ਕਾਲਜ 'ਚ ਦੁਬਾਰਾ ਲਗਾ ਕੇ SOP ਨਵੀਂ ਲਗਾ ਕੇ ਉਹ ਵੀਜ਼ੇ 'ਤੇ ਬਦਲ ਜਾਂਦਾ ਹੈ।
ਸੋ ਜੇ ਤੁਹਾਨੂੰ ਇੱਥੋਂ ਵੀ ਨਹੀਂ ਪਤਾ ਲੱਗਦਾ ਤਾਂ ਸ਼ਾਇਦ ਇਸ ਲੌਜਿਕ ਤੋਂ ਤੁਹਾਨੂੰ ਸਮਝ ਆ ਜਾਏ ਕਿ SOP ਦੀ ਇੰਪੋਰਟੈਂਸ ਕੀ ਹੈ। ਸੋ ਤੁਸੀਂ ਕਿਸੇ ਵੀ ਐਸੇ ਕੰਸਲਟੈਂਟ ਕੋਲੋਂ ਫਾਈਲ ਲਵਾ ਰਹੇ ਹੋ ਜਿਹੜਾ ਤੁਹਾਨੂੰ ਕਹਿ ਰਿਹਾ ਕਿ SOP ਦੀ ਲੋੜ ਨਹੀਂ। ਕਈ ਇੱਦਾਂ ਵੀ ਕਹਿੰਦੇ ਨੇ ਯਾਰ ਤੂੰ ਫਰੈਸ਼ ਆਊਟ ਹੈ, ਤੇਰੇ 6 ਚ ਹੈ, ਫਰੈਸ਼ ਪਾਸ ਆਊਟ ਹੈ, ਤੇਰੇ ਤੇ ਕੋਈ ਟੈਨਸ਼ਨ ਹੀ ਨਹੀਂ, SOP ਲਾਉਣ ਦੀ ਲੋੜ ਨਹੀਂ। ਟੋਟਲੀ ਗਲਤ ਹੈ। ਇਹ ਚੀਜ਼ ਨੂੰ ਸੋਚ ਸਮਝ ਕੇ ਕਰ ਲਓ। ਬਿਨਾਂ SOP ਤੋਂ ਆ ਨਹੀਂ ਹੈ ਕਿ 100% ਰਿਫਿਊਜ਼ਲ ਆਊਗਾ, ਲੇਕਿਨ ਬਿਨਾਂ SOP ਤੋਂ ਬਹੁਤ ਸਾਰੇ ਇੱਦਾਂ ਦੇ ਰਿਫਿਊਜ਼ਲ ਹੈ ਜਿਹੜੇ ਸ਼ਾਇਦ ਨਾ ਆਉਣ ਅਗਰ ਤੁਸੀਂ SOP ਸਹੀ ਤਰੀਕੇ ਨਾਲ ਲਗਾਇਆ ਹੋਵੇ। ਸੋ SOP ਦੇ ਵਿੱਚ ਕੁਝ ਚੀਜ਼ਾਂ ਨੂੰ ਆਨਸਰ ਕਰਨਾ ਟੈਕਨੀਕਲੀ ਬਹੁਤ ਇੰਪੋਰਟੈਂਟ ਹੈ। ਜ਼ਿਆਦਾਤਰ ਜਦੋਂ SOP ਲਿਖਦੇ ਆ ਬੱਚੇ, ਉਹ SOP ਘੱਟ ਹੁੰਦੀ ਹੈ ਔਰ ਬਾਇਓਡਾਟਾ ਜ਼ਿਆਦਾ ਹੁੰਦਾ ਹੈ। ਸੋ SOP 'ਚ ਬਾਇਓਡਾਟਾ ਨਹੀਂ ਉਨਾ ਜ਼ਿਆਦਾ ਚਾਹੀਦਾ। ਬਾਇਓਡਾਟਾ ਕੀ ਹੈ, ਮੈਂ +2 ਇਹਦੋਂ ਕੀਤੀ ਹੈ, ਮੇਰੇ ਪੇਰੈਂਟਸ ਆਹ ਕਰਦੇ ਆ, ਮੇਰੇ ਆਈਲੈਟਸ ਦਾ ਸਕੋਰ ਇੰਨਾ ਆ, ਸਿਰਫ ਇਹਨਾਂ ਚੀਜ਼ਾਂ ਨੂੰ ਹੀ ਬੱਚੇ ਐਲੈਬੋਰੇਟ ਕਰ ਦਿੰਦੇ ਆ। ਕਾਲਜ ਨੂੰ ਉਹ ਕਾਲਜ ਦੀ ਵੈਬਸਾਈਟ ਤੋਂ ਡਾਟਾ ਚੱਕਦੇ ਆ, ਉਹਨੂੰ ਲਿਖ ਦਿੰਦੇ ਆ। ਕੰਟਰੀ ਨੂੰ ਕੰਟਰੀ ਦੀ ਵੈਬਸਾਈਟ ਤੋਂ ਡਾਟਾ ਚੱਕਦੇ ਆ, ਉਹ ਲਿਖ ਦਿੰਦੇ ਆ। ਕੋਰਸ ਨੂੰ ਕੋਰਸ ਦਾ ਵੈਬਸਾਈਟ 'ਤੇ ਜਾਓ, ਉੱਥੇ ਡਾਟਾ ਲਿਖਿਆ, ਉਹਨੂੰ ਚੱਕ ਕੇ ਕਾਪੀ ਪੇਸਟ ਕਰਕੇ ਜਿਹੜੀ SOP ਬਣੂਗੀ ਉਹ ਕਦੀ ਤੁਹਾਨੂੰ ਵੀਜ਼ਾ ਨਹੀਂ ਦਵਾ ਸਕਦੀ। ਇਸ ਚੀਜ਼ ਨੂੰ ਸਮਝ ਲਓ ਧਿਆਨ ਦੇ ਨਾਲ। SOP 'ਚ ਕਿਹੜੇ ਸਵਾਲ ਹੈ ਜਿਨ੍ਹਾਂ ਦਾ ਜਵਾਬ ਚਾਹੀਦਾ, ਉਹ ਸਵਾਲ ਨੋਟ ਕਰੋ। ਉਹਨਾਂ ਦੇ ਜਵਾਬ ਜੇ ਤੁਹਾਡੀ SOP 'ਚ ਹੈਗੇ ਆ ਤਾਂ ਫਿਰ ਤੁਹਾਡੀ SOP ਕਾਮਯਾਬ ਹੈ ਔਰ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ। ਹੁਣ ਉਹ ਕਿਹੜੇ ਸਵਾਲ ਨੇ ਜਿਹੜੇ ਉਹਦੇ 'ਚ ਆਨਸਰ ਹੋਣੇ ਚਾਹੀਦੇ ਆ। ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਤੁਹਾਡੇ ਕੋਰਸ ਦੀ ਰੈਲੇਵੈਂਸੀ ਕਿੱਦਾਂ ਹੈ ਉਹਦੇ ਨਾਲ। ਠੀਕ ਹੈ ਜੀ, ਜਿਹੜਾ ਤੁਸੀਂ ਕੋਰਸ ਲਿਆ ਔਰ ਜਿਹੜਾ ਤੁਸੀਂ ਪੜ੍ਹਾਈ ਕੀਤੀ ਹੈ ਉਹਦਾ ਆਪਸ 'ਚ ਲਿੰਕ ਕੀ ਹੈ, ਪਹਿਲੀ ਚੀਜ਼। ਸੈਕਿੰਡ ਚੀਜ਼ ਆ ਕਿ ਤੁਹਾਡਾ ਉਸ ਕੋਰਸ ਦੇ ਵਿੱਚ ਪ੍ਰੋਗਰੈਸ਼ਨ ਕੀ ਹੈ। ਮਤਲਬ ਇੱਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਹੁਣ ਤੁਸੀਂ ਉਸ ਕੋਰਸ 'ਚ ਪੜ੍ਹ ਰਹੇ ਹੋ ਔਰ ਜੋ ਸਕਿੱਲ ਤੁਹਾਡੇ ਕੋਲ ਪਹਿਲਾਂ ਸੀ ਤੁਸੀਂ ਉਹਦੇ ਤੋਂ ਵਧੀਆ ਹੋ ਰਹੇ ਹੋ ਉਹਨੂੰ। ਹੁਣ ਇਹ ਚੀਜ਼ ਮੈਂ ਬੋਲ ਕੇ ਨਹੀਂ ਦੱਸ ਸਕਦਾ, ਲਿਖ ਕੇ ਨਹੀਂ ਦੱਸ ਸਕਦਾ, ਕਿਉਂਕਿ ਹਰ ਕੋਰਸ ਟੂ ਕੋਰਸ ਔਰ ਹਰ ਜੋ ਬੱਚੇ ਦਾ ਪ੍ਰੋਫਾਈਲ ਹੈ ਉਹਦੇ ਹਿਸਾਬ ਨਾਲ ਬਦਲ ਜਾਣੀ ਹੈ। ਸੋ ਇੱਥੇ ਇੱਕ ਇੰਟੈਲੈਕਚੁਅਲ ਕੰਸਲਟੈਂਟ ਦੀ ਤੁਹਾਨੂੰ ਲੋੜ ਹੈ ਜਿਹੜਾ ਉਸ ਚੀਜ਼ ਨੂੰ ਸਮਝ ਸਕੇ ਔਰ ਉਹਨੂੰ ਬਿਹਤਰ ਤਰੀਕੇ ਨਾਲ ਐਕਸਪਲੇਨ ਕਰ ਸਕੇ। ਇਹ 2 ਕੋਰ ਇੰਪੋਰਟੈਂਟ ਚੀਜ਼ਾਂ ਨੇ ਜਿਨ੍ਹਾਂ ਦਾ ਤੁਹਾਨੂੰ ਆਨਸਰ ਕਰਨਾ ਉਹਦੇ 'ਚ ਜ਼ਰੂਰੀ ਹੈ। ਤੀਸਰੀ ਇੰਪੋਰਟੈਂਟ ਚੀਜ਼ ਹੈ ਤੁਹਾਡਾ ਫਾਈਨੈਂਸ਼ੀਅਲ ਸਟੇਟਸ, ਜਿਹਦੇ ਬਾਰੇ ਆ ਨਹੀਂ ਹੈ ਫਿਗਰਾਂ ਲਿਖਣ ਦੀ ਲੋੜ ਹੈ। ਫਿਗਰਾਂ ਲਈ ਤਾਂ ਤੁਸੀਂ ਡਾਕੂਮੈਂਟ ਲਾਤੇ, GIC ਲਾਤੀ, ਇਨਕਮ ਆਪਣੇ ITR ਲਾਤੀਆਂ, ਇਨਕਮ ਦੇ ਡਾਕੂਮੈਂਟ ਲਾਤੇ, ਆਪਣੀ ਸੇਵਿੰਗ ਲਾਤੀ, ਬਟ ਉਹਨੂੰ ਕਿੱਦਾਂ ਉਹ ਤੁਹਾਡੀ ਕਾਸਟ ਨੂੰ ਕਵਰ ਕਰਦੇ ਨੇ। ਸੋ ਤੁਹਾਡੀ ਕਾਸਟ ਆਉਣੀ ਕਿੰਨੀ ਆ ਉਹਦੀ ਸਮਝ, ਤੁਹਾਡੀ ਕਾਸਟ ਕਿੰਨੀ ਨਿਕਲ ਜੂਗੀ ਉਹਦੀ ਸਮਝ, ਤੁਹਾਡੀ ਕਾਸਟ ਕਿੰਨੀ ਪਿੱਛੇ ਪੇਰੈਂਟਸ ਕੋਲ ਐਜ਼ ਅ ਬੈਕਅਪ ਹੈਗਾ। ਸੋ ਇਹ ਇੱਕ ਪਲਾਨ, ਫਾਈਨੈਂਸ਼ੀਅਲ ਪਲਾਨ ਜਿਹੜਾ ਤੁਹਾਡਾ ਉਹਦੇ ਵਿੱਚ ਉਹ ਹੋਣਾ ਜ਼ਰੂਰੀ ਹੈ। ਤੁਹਾਡੇ ਕੋਰਸ ਜਿਹੜਾ ਤੁਸੀਂ ਕਰੋਗੇ ਉਹਦਾ ਫਿਊਚਰ ਪ੍ਰੋਸਪੈਕਟਿਵ ਕੀ ਹੈ ਇੰਡੀਆ 'ਚ, ਤੁਸੀਂ ਉਹਨੂੰ ਕਰਕੇ ਕੀ ਬਣ ਸਕਦੇ ਹੋ, ਉਹਦੇ ਤੋਂ ਕੀ ਬਣ ਸਕਦੇ ਹੋ, ਕਿੱਦਾਂ ਦੀਆਂ ਕਰੀਅਰ ਅਪਰਚੁਨਿਟੀਜ਼ ਤੁਹਾਡੇ ਅੱਗੇ ਰਹਿਣਗੀਆਂ। ਸੋ ਉਹ ਚੀਜ਼ ਨੂੰ ਐਕਸਪਲੇਨ ਕਰਨਾ ਜ਼ਰੂਰੀ ਹੈ। ਹੁਣ ਜਦੋਂ ਇਹ ਚੀਜ਼ਾਂ ਨੂੰ ਤੁਸੀਂ ਐਕਸਪਲੇਨ ਕਰਨਾ ਤੇ ਇਹਦੇ 'ਚ 4 ਪੇਜਾਂ ਦੀ SOP ਨਹੀਂ ਚਾਹੀਦੀ। ਬਹੁਤ ਸਾਰੇ ਬੱਚੇ ਕਈ ਵਾਰੀ ਸਾਡੇ ਕੋਲ ਰਿਫਿਊਜ਼ਡ ਹੁੰਦੇ ਆ ਜੀ, 3-3 4-4 ਪੇਜਾਂ ਦਾ SOP ਬਣਿਆ ਹੁੰਦਾ। SOP ਜਿੰਨਾ ਲੰਬਾ ਬਣਾਓਗੇ ਉਨਾ ਤੁਹਾਡੇ ਨੁਕਸਾਨ 'ਚ ਹੈ। ਉਹਨਾਂ ਨੂੰ ਉਹ ਇਨਫੋਰਮੇਸ਼ਨ ਚਾਹੀਦੀ ਹੈ। ਇੱਕ ਵੀਜ਼ਾ ਆਫਿਸਰ ਹੈ, ਇੱਕ ਫਾਈਲਿੰਗ ਆਫਿਸਰ ਹੈ, ਮੈਂ ਕੰਮ ਕਰ ਰਿਹਾ ਕਿਸੇ ਕੇਸ ਦੇ ਉੱਪਰ, ਤਾਂ ਮੈਂ ਬੰਦਾ ਦਾ ਬਾਇਓਡਾਟਾ ਨਹੀਂ ਪੜ੍ਹਨਾ ਚਾਹੁੰਦਾ ਜਾਂ ਉਹਦੀ ਬਾਇਓਗ੍ਰਾਫੀ ਨਹੀਂ ਪੜ੍ਹਨਾ ਚਾਹੁੰਦਾ ਕਿ ਬੁੱਕ ਬਣੀ ਹੋਵੇ ਉਹਦੇ ਉੱਤੇ ਕਿ ਉਹ ਕੀ ਕਰਨਾ ਚਾਹੁੰਦਾ ਕੀ ਨਹੀਂ। ਮੈਨੂੰ ਉਹਦੀਆਂ ਸ਼ਾਰਟ 'ਚ ਸਟੇਟਮੈਂਟਸ ਚਾਹੀਦੀਆਂ ਨੇ ਕਿ ਉਹਦੇ ਦਿਮਾਗ 'ਚ ਕੀ ਚੱਲ ਰਿਹਾ। ਸੋ ਤੁਹਾਡਾ SOP 1.5 ਪੇਜ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਵੱਧ ਤੋਂ ਵੱਧ 1.5 ਪੇਜ ਤੱਕ ਤੁਹਾਡਾ SOP ਹੋਵੇ ਤਾਂ ਇਟਸ ਫਾਈਨ। ਉਸ ਤੋਂ ਜ਼ਿਆਦਾ ਲੰਬਾ ਚੌੜਾ SOP ਨਾ ਰੱਖੋ। ਸੋ ਅਮਰਜੀਤ ਜੀ, ਮੈਨੂੰ ਲੱਗਦਾ ਸਟੂਡੈਂਟਸ ਦੇ ਮਨ ਦੇ ਵਿੱਚ ਵੀ ਇਹ ਸਵਾਲ ਆਉਂਦਾ ਹੋਣਾ, ਤੁਸੀਂ ਇੰਨੀਆਂ ਬੜੀਆਂ ਚੀਜ਼ਾਂ ਦੱਸਤੀਆਂ SOP ਨਾਲ ਰਿਲੇਟਡ, ਇੱਕ +2 ਦਾ ਸਟੂਡੈਂਟ ਕੀ ਉਹਦੇ 'ਚ ਇੰਨੀ ਸਮਝ ਹੁੰਦੀ ਹੈ ਉਹ ਸਾਰਾ ਕੁਝ ਇੰਨਾ ਧਿਆਨ ਰੱਖ ਕੇ SOP ਬਣਾ ਸਕੇ? ਦੇਖੋ, ਇਸੇ ਲਈ ਮੈਂ ਜਦੋਂ ਇਹ ਸ਼ੁਰੂ ਕੀਤੀ ਗੱਲ ਉਸ ਤੋਂ ਪਹਿਲਾਂ ਹੀ ਮੈਂ ਕਿਹਾ ਕਿ ਤੁਹਾਨੂੰ ਇੰਟੈਲੈਕਚੁਅਲ ਕੰਸਲਟੈਂਟ ਦੀ ਲੋੜ ਹੈ, ਤੁਹਾਨੂੰ ਇੱਕ ਸਮਝਦਾਰ ਕੰਸਲਟੈਂਟ ਦੀ ਲੋੜ ਹੈ। ਅਗਰ ਕੰਸਲਟੈਂਟ ਨਹੀਂ ਹੈ ਤੁਹਾਡੇ ਕੋਲ ਤਾਂ ਤੁਹਾਨੂੰ ਐਸੇ ਇੱਕ ਫੈਮਿਲੀ ਮੈਂਬਰ, ਇੱਕ ਐਸੇ ਦੋਸਤ ਦੀ ਲੋੜ ਹੈ ਕਿ ਜਿਹਦੀ ਇੱਕ ਅੱਛੀ ਐਜੂਕੇਸ਼ਨ ਹੋਵੇ ਔਰ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝ ਸਕੇ। ਮੈਂ ਇਹਦਾ ਕੋਈ ਰਾਜ਼ ਆਪਣੇ ਕੋਲ ਬਣਾ ਕੇ ਨਹੀਂ ਰੱਖਿਆ। ਮੈਂ ਤੁਹਾਨੂੰ ਆ ਨਹੀਂ ਕਹਿ ਰਿਹਾ ਕਿ ਮੇਰੇ ਕੋਲੋਂ ਕਰੋ ਤਾਂ ਮੈਂ ਤੁਹਾਨੂੰ ਦੱਸੂਗਾ। ਜੋ ਉਹਦੇ 'ਚ ਚਾਹੀਦਾ ਮੈਂ ਤੁਹਾਨੂੰ ਇਸ ਸ਼ੋਅ ਦੇ ਵਿੱਚ ਐਕਸਪਲੇਨ ਕਰ ਦਿੱਤਾ ਬੋਲ ਕੇ। ਅਗਰ ਉਹ ਤੁਸੀਂ ਕੁਐਸਚਨਸ ਨੂੰ ਆਨਸਰ ਕਰਦੇ ਹੋ, ਤੁਸੀਂ ਕਿਤੋਂ ਵੀ ਫਾਈਲ ਲਾ ਰਹੇ ਹੋ, ਅਗਰ ਉਹ ਚੀਜ਼ਾਂ ਸਹੀ ਤਰ੍ਹਾਂ ਆਨਸਰਡ ਹੋਣਗੀਆਂ, ਇਹਨਾਂ ਸਵਾਲਾਂ ਦੇ ਜਵਾਬ ਤੁਹਾਡੀ SOP 'ਚ ਹੋਣਗੇ ਤਾਂ ਵੈਰੀ ਰੇਅਰ ਚਾਂਸ ਉਸ ਤੋਂ ਬਾਅਦ ਅਗਰ ਕੋਈ ਰਿਫਿਊਜ਼ਲ ਆਊਗੀ ਤਾਂ ਉਹ ਤੁਹਾਡੇ ਅਦਰ ਪਾਰਟ 'ਤੇ ਆ ਸਕਦੀ ਹੈ। ਅਦਰ ਪਾਰਟ ਕੀ ਹੈ ਕਿ ਤੁਹਾਡੇ ਕਿਸੇ 'ਚ ਨੰਬਰ ਹੀ ਘੱਟ ਹੈ, ਤੁਹਾਡੇ 1 'ਚ 2 'ਚ 5.5 ਹੈ, ਤੁਸੀਂ ਕੋਈ ਰਿਸਕ ਵਾਲੇ ਕੇਸ 'ਚ ਆਪਣਾ ਕੇਸ ਲਾ ਰਹੇ ਹੋ, ਜੇ ਤੁਸੀਂ ਉਹ ਆਪਣੀਆਂ ਬੇਸਿਕ ਗਲਤੀਆਂ ਕਰ ਰਹੇ ਹੋ ਤਾਂ ਫਿਰ ਉਹ ਰਿਫਿਊਜ਼ਲ ਆ ਜੇ। ਬਟ
ਉਹ ਤੁਹਾਡੇ ਫਿਊਚਰ ਪਲਾਨ ਨੂੰ ਲੈ ਕੇ ਜਾਂ ਤੁਸੀਂ ਕੈਨੇਡਾ ਨਹੀਂ ਛੱਡੋਗੇ, ਇਹਨਾਂ ਚੀਜ਼ਾਂ ਨੂੰ ਲੈ ਕੇ ਜਲਦੀ ਰਿਫਿਊਜ਼ਲ ਨਹੀਂ ਆਊਗੀ। ਸੋ ਟੈਕਨੀਕਲੀ ਆਪਣੇ ਕੋਰਸਿਸ ਨੂੰ ਸਮਝਣ ਦੀ ਲੋੜ ਹੈ। ਜਿੰਨਾ ਚਿਰ ਬੱਚਾ ਉਹਦੇ ਲਈ ਅਵੇਅਰਡ ਨਹੀਂ ਹੋਊਗਾ, ਨੌਲੇਜਡ ਨਹੀਂ ਹੋਊਗਾ, ਉਹਨਾਂ ਚਿਰ ਉਹਨੂੰ ਵੀਜ਼ਾ ਕੱਢਣਾ ਚੈਲੰਜ ਹੀ ਹੋਊਗਾ। ਔਰ ਕੈਨੇਡਾ ਵਨ ਆਫ ਦਾ ਬੈਸਟ ਕੰਟਰੀ ਹੈ ਜਿਹੜੀ ਬਹੁਤ ਸਮੂਥਲੀ ਤੁਹਾਨੂੰ ਵੀਜ਼ਾ ਦਿੰਦੀ ਹੈ। ਜਸਟ ਕੰਡੀਸ਼ਨ ਆਇਆ ਕਿ ਉਹਦੀ ਜਿਹੜੀ ਕਾਗਜ਼ੀ ਕਾਰਵਾਈ ਹੈ, ਚਾਹੇ ਉਹ ਤੁਹਾਡੇ +2 ਦੇ ਨੰਬਰ ਨੇ, ਗ੍ਰੈਜੂਏਸ਼ਨ ਦੇ ਨੰਬਰ ਨੇ, ਤੁਹਾਡੇ ਆਈਲੈਟਸ ਜਾਂ PT ਦਾ ਸਕੋਰ ਹੈ, ਉਹ ਤੁਸੀਂ ਉਹਨੂੰ ਜਿੰਨਾ ਚਾਹੀਦਾ ਉਹਨਾਂ ਨੇ ਸਟੈਂਡਰਡ ਤੁਹਾਨੂੰ ਲਿਖ ਕੇ ਦੱਸੇ ਹੋਏ ਆ, ਤੁਸੀਂ ਉਹ ਸਟੈਂਡਰਡਸ ਨੂੰ ਕਲੀਅਰ ਕਰ ਦਿਓ ਤਾਂ ਤੁਸੀਂ ਆਪਣਾ ਵੀਜ਼ਾ 100% ਸਿਕਿਉਰਡ ਕਰ ਸਕਦੇ ਹੋ। ਬਾਕੀ ਕੋਈ ਵੀ ਗਲਤੀ ਹੁੰਦੀ ਹੈ ਤੇ ਕਦੀ ਵੀ, ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ, ਜਿੰਨੇ ਕੁ ਬੱਚਿਆਂ ਨਾਲ ਮੈਂ ਮਿਲਿਆ, ਜਿਹੜੇ ਤਾਂ ਇਦਾਂ ਦੇ ਕੇਸ ਹੁੰਦੇ ਆ ਵੀ ਉਹਨਾਂ ਦਾ ਵੀਜ਼ਾ ਹੋ ਸਕਦਾ ਉਹ ਕੇਸ ਅਸੀਂ ਚੱਕਦੇ ਹਾਂ, ਪਰ ਜ਼ਿਆਦਾਤਰ ਕੇਸਾਂ 'ਚ ਮੈਂ ਦੇਖਦਾ ਕਿ ਜਿਹੜੇ ਕੰਸਲਟੈਂਟਸ ਕੋਲ ਤੁਸੀਂ ਜਾਂਦੇ ਹੋ ਉਹਨਾਂ ਨੇ ਵਿੱਚ ਸੱਤਿਆਨਾਸ਼ ਮਾਰਿਆ ਹੁੰਦਾ। ਕਈ ਬੱਚਿਆਂ ਨੇ ਆਪਣੇ ਡਿਪਲੋਮੇ ਲਾਏ ਹੁੰਦੇ ਆ। ਫੋਰ ਐਗਜ਼ਾਮਪਲ ਮੈਂ ਇੱਕ ਸਟੂਡੈਂਟ ਨਾਲ ਸਵੇਰੇ ਮਿਲਿਆ, ਮੈਡੀਕਲ ਸਟਰੀਮ ਦਾ ਸਟੂਡੈਂਟ ਸੀ, ਹੁਣ ਉਹ 2018 ਪਾਸ ਆਊਟ ਸੀ। ਉਹਦਾ ਗੈਪ ਭਰਨ ਲਈ ਏਜੰਟ ਨੇ ਕੰਪਿਊਟਰ ਦਾ ਕੋਰਸ ਲਾ ਦਿੱਤਾ। ਹੁਣ ਉਹਨੇ ਮੈਥਮੈਟਿਕਸ ਵਿੱਚ ਕੀਤਾ ਨਹੀਂ +2 ਦੇ, ਹੁਣ ਉਹ ਕੰਪਿਊਟਰ ਦੇ ਡਿਪਲੋਮੇ ਲਾਤੇ, ਉਹ ਡਿਪਲੋਮਿਆਂ ਦੇ ਸਿਰ ਤੇ ਫਿਰ ਡਿਪਲੋਮਾ ਅਪਲਾਈ ਕਰਤਾ, ਤਾਂ ਉਹ ਮਤਲਬ ਵੀਜ਼ਾ ਆਉਣਾ ਹੀ ਨਹੀਂ ਸੀਗਾ, ਉਹ ਰੈਲੇਵੈਂਸੀ ਕੋਈ ਨਹੀਂ, ਉਹਦੀ ਰਿਲੇਸ਼ਨਸ਼ਿਪ ਕੋਈ ਨਹੀਂ ਹੈ। ਉੱਥੇ ਕੰਪਿਊਟਰ ਕਰਨ ਲਈ ਜਿਹੜੇ ਤੁਹਾਨੂੰ ਮੈਥਮੈਟਿਕਸ ਚਾਹੀਦਾ ਉਹ ਤੁਹਾਡੇ ਕੋਲ ਸਟੈਂਡ ਬਾਈ ਨਹੀਂ ਕਰਦਾ, ਠੀਕ ਹੈ ਨਾ। ਜਿਹੜਾ ਤੁਸੀਂ ਡਿਪਲੋਮਾ ਲਾਤਾ ਉਹ ਇਨਫੋਰਮੇਸ਼ਨ ਟੈਕਨੋਲੋਜੀ ਦਾ ਲਾਤਾ, ਜਿਹੜਾ ਤੁਸੀਂ ਕੋਰਸ ਲੈ ਰਹੇ ਹੋ ਵੈਬ ਡਿਜ਼ਾਈਨ ਦਾ ਲੈ ਰਹੇ ਹੋ, ਉਹ ਦੋਨਾਂ ਦਾ ਆਪਸ 'ਚ ਇੰਟਰੈਕਸ਼ਨ ਹੈ ਨਹੀਂਗਾ। ਕੰਪਿਊਟਰ ਦੇ ਵਿੱਚ ਵੀ ਬੜੀਆਂ ਬ੍ਰਾਂਚਿਸ ਨੇ, ਨੈਟਵਰਕ ਟੈਕਨੋਲੋਜੀ ਅਲੱਗ ਹੈ, ਵਾਇਰਲੈਸ ਟੈਕਨੋਲੋਜੀ ਅਲੱਗ ਹੈ, ਸੌਫਟਵੇਅਰ ਡਿਵੈਲਪਮੈਂਟ ਇੱਕ ਅਲੱਗ ਚੀਜ਼ ਆ, ਡੇਟਾਬੇਸ ਐਡਮਿਨਿਸਟ੍ਰੇਸ਼ਨ ਅਲੱਗ ਚੀਜ਼ ਆ, ਵੈਬ ਡਿਵੈਲਪਮੈਂਟਸ ਅਲੱਗ ਚੀਜ਼ ਆ। ਸੋ ਬ੍ਰਾਂਚਿਸ ਨੇ, ਹਰ ਐਜੂਕੇਸ਼ਨ ਦੇ ਵਿੱਚ ਫਰਦਰ ਬ੍ਰਾਂਚਿਸ ਹੁੰਦੀਆਂ ਨੇ। ਸੋ ਅਗਰ ਤੁਹਾਡਾ ਕੰਸਲਟੈਂਟ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਗਾ ਨੌਲੇਜ, ਤਾਂ ਆਈ ਥਿੰਕ ਤੁਸੀਂ ਫਿਰ ਵੀਜ਼ਾ ਲੈਣਾ ਔਖਾ ਹੋਊਗਾ ਹੀ ਹੋਊਗਾ ਆਪਾਂ ਨੂੰ। ਜਾਂ ਆਪਾਂ ਕੋਈ ਐਸੀ ਕੰਪਨੀਆਂ 'ਚ ਜਾ ਕੇ ਵੀਜ਼ੇ ਲਵਾ ਰਹੇ ਹਾਂ ਜਿੱਥੇ ਥੋਕ ਦੇ ਭਾਅ ਨਾਲ ਐਪਲੀਕੇਸ਼ਨਾਂ ਅਪਲਾਈ ਹੋਣੀਆਂ ਨੇ, ਤਾਂ ਉਹ ਫਿਰ ਤੁਸੀਂ ਆਪ ਆਪਣਾ ਨੁਕਸਾਨ ਕਰ ਰਹੇ ਹੋ। ਤੁਹਾਨੂੰ ਕੰਸਲਟੈਂਟ ਨੂੰ ਪੈਸਾ ਦੇਣਾ ਮੇਰੇ ਖਿਆਲ ਨਾਲ ਚੁੱਭਣਾ ਨਹੀਂ ਚਾਹੀਦਾ, ਐਜ਼ ਫਾਰ ਉਹ ਕੰਸਲਟੈਂਟ ਨੌਲੇਜੇਬਲ ਹੈ ਔਰ ਤੁਹਾਡੇ ਕੇਸ 'ਤੇ ਡਿਟੇਲ 'ਚ ਕੰਮ ਕਰ ਸਕਦਾ ਹੈ। ਕਿਉਂਕਿ ਜਦੋਂ ਰਿਫਿਊਜ਼ਲ ਹੋਣਾ ਫਿਰ ਵੀ ਤੁਸੀਂ ਉਹਦੇ ਕੋਲ ਜਾਣਾ, ਸੋ ਬੈਟਰ ਹੈ ਕਿ ਪਹਿਲਾ ਸਟੈਪ ਹੀ ਸਹੀ ਲਿਆ ਜਾਵੇ, ਤਾਂ ਅੱਗੇ ਫਿਰ ਜਿਹੜੀ ਇਮਾਰਤ ਹੈ ਨਾ ਉਹ ਵਧੀਆ ਖੜੀ ਹੁੰਦੀ ਹੈ। SOP 'ਚ ਅੰਗਰੇਜ਼ੀ ਕਿੰਨੀ ਕੁ ਵਧੀਆ ਲਿਖੀ ਗਈ ਹੈ, ਇਹ ਵੀ ਮੈਟਰ ਕਰਦਾ? ਨਹੀਂ, ਦੇਖੋ ਇੰਗਲਿਸ਼ ਕਿੰਨੀ ਵਧੀਆ ਨਹੀਂ ਹੁੰਦੀ ਹੈ, ਉਹਨਾਂ ਨੇ ਇੰਗਲਿਸ਼ ਦੇ ਨੰਬਰ ਨਹੀਂ ਦੇਣੇ, ਬਟ ਯੈਸ ਇੰਗਲਿਸ਼ ਸ਼ੁੱਡ ਬੀ ਅ ਸੈਂਸਿਬਲ, ਇੰਪ੍ਰੈਸਿਵ ਐਟ ਦ ਸੇਮ ਟਾਈਮ। ਕੱਲੀ ਸੈਂਸਿਬਲ ਨਹੀਂ ਹੋਣੀ ਚਾਹੀਦੀ, ਇੰਪ੍ਰੈਸਿਵ ਵੀ ਹੋਣੀ ਚਾਹੀਦੀ। ਮਤਲਬ ਆਹ ਨਹੀਂ ਆ ਕਿ ਆਈ ਐਮ ਦਿਸ ਲਾ ਕੇ ਸਾਰਾ SOP ਬਣਿਆ ਹੋਵੇ। ਸੋ ਇੱਕ ਜਿਹੜੀ ਅੱਛੇ ਤਰੀਕੇ ਨਾਲ ਇੰਗਲਿਸ਼ ਹੁੰਦੀ ਹੈ, ਜਾਂ ਜਿੱਦਾਂ ਆਪਾਂ ਬੁੱਕਸ ਦੇ ਵਿੱਚ ਪੰਜਾਬੀ ਪੜ੍ਹਦੇ ਹਾਂ ਅੱਛੇ ਤਰੀਕੇ ਨਾਲ ਲਿਖੀ, ਉਸ ਤਰੀਕੇ ਨਾਲ ਇੰਗਲਿਸ਼ ਵੀ ਅੱਛੇ ਤਰੀਕੇ ਨਾਲ ਲਿਖੀ ਹੋਣੀ ਚਾਹੀਦੀ ਹੈ, ਗ੍ਰਾਮੈਟਿਕਲੀ ਕਰੈਕਟ ਹੋਣੀ ਚਾਹੀਦੀ ਹੈ, ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ। ਗੈਪ ਕਰਕੇ ਵੀ ਰਿਫਿਊਜ਼ਲ ਆਉਂਦੇ ਨੇ, ਗੈਪ ਦਾ ਕੀ ਸਿਨੈਰੀਓ ਹੈ? ਦੇਖੋ, ਕੀ ਕੋਈ ਫਿਕਸ ਹੁੰਦਾ ਕ੍ਰਾਈਟੇਰੀਆ? ਨਹੀਂ, ਗੈਪ ਦੇ ਕਰਕੇ ਰਿਫਿਊਜ਼ਲ ਨਹੀਂ ਆਉਂਦੇ ਸਰ। ਗੈਪ ਦੀ ਜਸਟੀਫਿਕੇਸ਼ਨ ਸਹੀ ਨਾ ਹੋਣ ਦੇ ਕਰਕੇ ਰਿਫਿਊਜ਼ਲ ਹੁੰਦੇ ਆ, ਠੀਕ ਹੈ ਜੀ। ਕੈਨੇਡਾ ਦੇ ਵਿੱਚ ਗੈਪ ਨੂੰ ਲੈ ਕੇ ਕੋਈ ਇੱਦਾਂ ਦੀ ਬੰਦਿਸ਼ ਨਹੀਂ ਹੈਗੀ ਹੈ, ਪਰ ਜੇ ਤੁਸੀਂ ਉਹ ਗੈਪ ਨੂੰ ਲੌਜੀਕਲੀ ਡਿਫਾਈਨ ਨਹੀਂ ਕਰ ਸਕੇ, ਮੰਨ ਲਓ 2018 ਦਾ ਤੁਹਾਡੀ +2 ਹੈ, ਤੁਸੀਂ ਉਸ ਤੋਂ ਬਾਅਦ ਡਿਪਲੋਮਾ ਲਾ ਦਿੱਤਾ, ਡਿਪਲੋਮਾ ਲਾ ਕੇ ਤੁਸੀਂ ਫਿਰ ਡਿਪਲੋਮੇ 'ਚ ਹੀ ਚੱਲੇ ਹੋ, ਤੇ ਪ੍ਰੋਗਰੈਸ਼ਨ ਕਿੱਥੇ ਹੈ? ਐਜੂਕੇਸ਼ਨ 'ਚ ਤੁਸੀਂ ਅੱਗੇ ਕਿੱਥੇ ਵਧ ਰਹੇ ਹੋ? ਤੁਹਾਡਾ ਲੌਜਿਕ ਹੀ ਸਟੈਂਡ ਨਹੀਂ ਕਰ ਰਿਹਾ, ਸੋ ਡੈਫੀਨੇਟਲੀ ਇਹਦੇ 'ਤੇ ਰਿਫਿਊਜ਼ਲ ਬਣੂਗਾ। ਸੋ ਤੁਸੀਂ ਆਪਣੇ ਗੈਪਸ ਨੂੰ ਕਿੱਦਾਂ ਜਸਟੀਫਾਈ ਕਰਦੇ ਹੋ? ਫਿਰ ਜੇ ਤੁਸੀਂ ਜਿਹੜੀ ਵੀ ਚੀਜ਼ ਨਾਲ ਉਹਨੂੰ ਜਸਟੀਫਾਈ ਕਰਦੇ ਹੋ, ਉਹਦੇ ਤੋਂ ਬਾਅਦ ਜਿਹੜੀ ਐਜੂਕੇਸ਼ਨ ਲੈ ਰਹੇ ਹੋ ਉਹ ਉਹਦੇ 'ਚ ਅਪਗ੍ਰੇਡੇਸ਼ਨ ਕਿੱਦਾਂ ਕ੍ਰੀਏਟ ਕਰ ਰਹੀ ਹੈ? ਅਗਰ ਉਹ ਲੌਜਿਕ ਤੁਹਾਡੀ ਫਾਈਲ 'ਚ ਹੈ ਨਹੀਂ, ਤਾਂ ਭਾਵੇਂ ਫਾਈਲ 10 ਵਾਰੀ ਲਾਓ ਉਹ ਰਿਫਿਊਜ਼ਲ ਕਰੂਗੀ, ਔਰ ਜਿੱਦਣ ਵੀ ਉਹ ਲੌਜਿਕ ਉਸ ਫਾਈਲ ਦੇ ਵਿੱਚ ਵੜ ਜੂਗਾ ਤੇ ਉਹ 5 ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਦੇ ਦੂਗੀ। ਇੱਕ ਅਕੈਡਮਿਕ ਕਈ ਸਟੂਡੈਂਟਸ ਦੇ ਲੋ ਹੁੰਦੇ ਨੇ, ਜਿਵੇਂ ਕਿਸੇ ਨੂੰ ਮੈਥ ਵੈਸੇ ਹੀ ਨਹੀਂ ਪਸੰਦ ਜਾਂ ਕਿਸੇ ਹੋਰ ਰੀਜ਼ਨ ਕਰਕੇ, ਕੋਈ ਪਰਟੀਕੂਲਰ ਉਦੋਂ ਮਾਹੌਲ ਕਿਸੇ ਕਈ ਵਾਰੀ ਘਰ ਦਾ ਨਹੀਂ ਠੀਕ ਹੁੰਦਾ, ਅਕੈਡਮਿਕ ਲੋ ਹੋ ਜਾਂਦੇ ਨੇ, ਉਹਦਾ ਫਿਰ ਕੀ ਹੱਲ ਹੋ ਸਕਦਾ? ਦੇਖੋ, ਜੇ ਸਾਰਾ ਅਕੈਡਮਿਕ ਲੋ ਹੈ ਫਿਰ ਪ੍ਰੋਬਲਮ ਹੈ, ਬਟ ਜੇ ਆਪਣਾ ਕਿਸੇ ਇੱਕ ਸਬਜੈਕਟ ਦਾ ਲੋ ਹੈ, ਤਾਂ ਉਹ ਮੈਂ ਸਟਾਰਟਿੰਗ 'ਚ ਵੀ ਦੱਸਿਆ ਸੀ ਕਿ ਆਪਾਂ ਜਿਹੜਾ ਕੋਰਸ ਆਪਟ ਕਰਨਾ ਹੈ, ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਹੈ ਕਿ ਉਹ ਕੋਰਸ ਦੇ ਵਿੱਚ ਉਸ ਸਬਜੈਕਟ ਦੀ ਕੰਟੀਨਿਊਟੀ ਨਾ ਹੋਵੇ। ਅਗਰ ਉਸ ਸਬਜੈਕਟ ਦੀ ਕੰਟੀਨਿਊਟੀ ਨਹੀਂ ਹੋਊਗੀ ਤਾਂ ਤੁਸੀਂ ਆਰਾਮ ਨਾਲ ਅੱਗੇ ਚੱਲ ਸਕਦੇ ਹੋ। ਫੋਰ ਐਗਜ਼ਾਮਪਲ ਆਪਾਂ ਗੱਲ ਕਰ ਲੈਂਦੇ ਹਾਂ ਨਾਨ ਮੈਡੀਕਲ ਸਟੂਡੈਂਟ, ਉਹਨੇ ਮੈਥ ਵੀ ਪੜ੍ਹਿਆ, ਉਹਨੇ ਫਿਜ਼ਿਕਸ ਵੀ ਪੜ੍ਹੀ, ਉਹਦੀ ਕੈਮਿਸਟਰੀ ਵੀ ਹੈ। ਸੋ ਜੇ ਉਹਦੇ ਕੈਮਿਸਟਰੀ 'ਚ ਨੰਬਰ ਘੱਟ ਨੇ ਤਾਂ ਉਹ ਇੰਜੀਨੀਅਰਿੰਗ ਸਾਈਡ ਦੇ ਕੋਰਸ ਲੈ ਲੇ ਜਿਹਦੇ ਵਿੱਚ ਕੈਮਿਸਟਰੀ ਦਾ ਕੋਈ ਰੋਲ ਹੀ ਨਹੀਂਗਾ, ਸੋ ਡੈਫੀਨੇਟਲੀ ਹੀ ਵਿਲ ਸਿਕਿਉਰ ਦਾ ਵੀਜ਼ਾ। ਅਗਰ ਉਹਦੇ ਫਿਜ਼ਿਕਸ 'ਚ ਸਕੋਰ ਘੱਟ ਨੇ ਤੇ ਉਹ ਕੈਮਿਸਟਰੀ ਉਹਦੇ ਕੋਲ ਹੈ, ਸੋ ਉਹ ਫਾਰਮਾ ਦੇ ਕੋਰਸਿਸ ਲੈ ਲੇ, ਉਹ ਹੋਰ ਹੈਲਥ ਕੇਅਰ ਦੇ ਕੋਰਸਿਸ ਲੈ ਲੇ, ਉਹ ਉੱਧਰ ਨੂੰ ਸਟਰੋਂਗ ਹੋ ਜਾਏਗਾ। ਉਹ ਮੈਥ ਦੇ ਸਿਰ 'ਤੇ ਕੰਪਿਊਟਰ ਦੇ ਕੋਰਸਿਸ ਲੈ ਲੇ, ਉੱਧਰ ਨੂੰ ਸਟਰੋਂਗ ਹੋ ਜਾਏਗਾ। ਸੋ ਤੁਹਾਡੀ ਜਿਹੜੀ ਵੀਕਨੈਸ ਹੈ ਤੁਹਾਨੂੰ ਉਹਨੂੰ ਦਬਾਉਣਾ ਹੈ, ਔਰ ਜਿਹੜੇ ਤੁਹਾਡੇ ਪੋਜ਼ਿਟਿਵ ਪੁਆਇੰਟ ਆ ਉਹਨਾਂ ਨੂੰ ਤੁਸੀਂ ਚੱਕਣਾ ਹੈ। ਸੋ ਇਹ ਪ੍ਰੋਫਾਈਲਸ ਦੇ ਵਿੱਚ ਅਗਰ ਤੁਸੀਂ ਸਮਝ ਸਕਦੇ ਹੋ ਤਾਂ ਤੁਸੀਂ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਅਮਰਜੀਤ ਜੀ, ਇੱਕ ਵਾਰੀ ਜਦੋਂ
ਕਿਸੇ ਸਟੂਡੈਂਟ ਨੂੰ ਕੈਨੇਡਾ ਤੋਂ ਰਿਫਿਊਜ਼ਲ ਮਿਲਦੀ ਹੈ ਤਾਂ ਉਹਦੇ ਬੜੇ ਸਾਰੇ ਐਸਪੈਕਟ ਹੁੰਦੇ ਆ, ਕਿਤੇ ਨਾ ਕਿਤੇ ਸਾਈਕੋਲੋਜੀਕਲੀ ਵੀ ਉਹਦੇ ਤੇ ਅਸਰ ਪੈਂਦਾ, ਉਹ ਡੀਮੋਰਲਾਈਜ਼ ਵੀ ਹੁੰਦਾ। ਰਿਫਿਊਜ਼ਲ ਤੋਂ ਬਾਅਦ ਜਦੋਂ ਉਹਨੇ ਦੁਬਾਰਾ ਫਾਈਲ ਲਗਾਉਣੀ ਹੁੰਦੀ ਹੈ, ਉਹ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ, ਤੇ ਜੇ ਉਹਨੂੰ ਕੰਸਲਟੈਂਟ ਚੇਂਜ ਕਰਨ ਦੀ ਲੋੜ ਹੈ ਫਿਰ ਉਹਨੂੰ ਕਿਵੇਂ ਪਤਾ ਲੱਗੂਗਾ ਕਿ ਨਹੀਂ ਮੈਂ ਇਸੇ ਕੰਸਲਟੈਂਟ ਕੋਲ ਦੁਬਾਰਾ ਨਾ ਲਾਵਾਂ, ਮੈਂ ਚੇਂਜ ਕਰਾਂ। ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਇਹਨਾਂ ਸ਼ੋਅਜ਼ ਦੇ ਜ਼ਰੀਏ ਤੁਹਾਨੂੰ ਗਾਈਡ ਕਰ ਸਕਦੇ ਹਾਂ, ਪਰ ਫਿਜ਼ੀਕਲੀ ਹਰ ਕੇਸ 'ਚ ਅਸੀਂ ਉਦੋਂ ਹੀ ਵੜ ਸਕਦੇ ਹਾਂ ਜਦੋਂ ਤੁਸੀਂ ਆ ਕੇ ਮਿਲਦੇ ਹਾਂ। ਸੋ ਤੁਸੀਂ ਕੰਸਲਟੈਂਟ ਚੇਂਜ ਕਰਨਾ ਹੈ ਜਾਂ ਕੋਰਸ ਚੇਂਜ ਕਰਨਾ ਹੈ ਜਾਂ ਕਾਲਜ ਚੇਂਜ ਕਰਨਾ ਹੈ, ਇਹ ਤੁਹਾਨੂੰ ਆਪਣੀ ਰਿਫਿਊਜ਼ਲ ਤੋਂ ਸਮਝਣਾ ਜ਼ਰੂਰੀ ਹੈ। ਕਈ ਰਿਫਿਊਜ਼ਲਾਂ ਡਾਇਰੈਕਟਲੀ ਇੰਡੀਕੇਟ ਕਰਦੀਆਂ ਹੁੰਦੀਆਂ ਨੇ ਆਪਣੀ ਪ੍ਰੋਬਲਮ ਨੂੰ, ਔਰ ਜਿਹਦੇ 'ਚ ਤੁਹਾਨੂੰ ਵੀ ਪਤਾ ਹੁੰਦਾ ਕਿ ਯਾਰ ਪ੍ਰੋਫਾਈਲ 'ਚ ਮੇਰੀ ਆਹ ਕਮੀ ਸੀ, ਮੈਂ ਇਹਦੇ ਉੱਤੇ ਰਿਸਕ ਲਿਆ। ਸੋ ਉਸ ਰਿਸਕ ਨੂੰ ਤੁਹਾਨੂੰ ਐਲੀਮੀਨੇਟ ਕਰਨਾ, ਉਹਨੂੰ ਹਟਾਉਣ ਦੀ ਕੋਸ਼ਿਸ਼ ਕਰਨੀ ਹੈ। ਕਈ ਵਾਰੀ ਤੁਹਾਨੂੰ ਇਕੱਲਾ ਕੋਰਸ ਚੇਂਜ ਕਰਨ ਨਾਲ ਸਰ ਜਾਂਦਾ, ਕਈ ਵਾਰੀ ਇਕੱਲਾ ਕਾਲਜ ਚੇਂਜ ਕਰਨ ਨਾਲ ਸਰ ਜਾਂਦਾ, ਕਈ ਵਾਰੀ ਕੰਸਲਟੈਂਟ ਵੀ ਚੇਂਜ ਕਰਨਾ ਪੈਂਦਾ, ਔਰ ਕਈ ਵਾਰੀ ਕੁਝ ਵੀ ਚੇਂਜ ਨਹੀਂ ਕਰਨਾ ਪੈਂਦਾ। ਮੇਨ ਗੱਲ ਤੁਹਾਡੀ SOP 'ਚ ਕਿਤੇ ਨਾ ਕਿਤੇ ਕਮੀਆਂ ਹੁੰਦੀਆਂ ਨੇ, ਉਹਨੂੰ ਕਰੈਕਟ ਕਰਨਾ ਹੁੰਦਾ। ਸੋ ਆਪਣੇ ਜਿਹੜੀ ਐਜੂਕੇਸ਼ਨ ਤੁਸੀਂ ਸਿਲੈਕਟ ਕਰਦੇ ਆ, ਕੰਸਲਟੈਂਟ ਸਿਲੈਕਟ ਕਰਦੇ ਆ, ਅਗਰ ਤੁਸੀਂ ਕੰਸਲਟੈਂਟ ਸਹੀ ਸਿਲੈਕਟ ਕਰ ਲਿਆ ਤਾਂ ਰਿਫਿਊਜ਼ਲ ਆਉਣ ਦੇ ਚਾਂਸਿਸ ਘੱਟ ਆ। ਬਟ ਅਗਰ ਤੁਸੀਂ ਕੰਸਲਟੈਂਟ ਇਸ ਲਈ ਸਿਲੈਕਟ ਕਰਦੇ ਹੋ ਕਿ ਇਹਦੀ ਐਡ ਬਹੁਤ ਚੱਲਦੀ ਹੈ ਜਾਂ ਬਹੁਤ ਜਗ੍ਹਾ ਦਿਖਦਾ ਹੈ ਜਾਂ ਬਹੁਤ ਸਸਤਾ ਆ, ਸੋ ਜੇ ਤੁਸੀਂ ਲਾਲਚ 'ਚ ਆ ਕੇ ਆਪਾਂ ਕੁਝ ਵੀ ਕਰਾਂਗੇ ਨਾ ਤਾਂ ਲਾਲਚ ਦੀ ਲਾਈਫ ਲੰਬੀ ਨਹੀਂ ਹੁੰਦੀ। ਸੋ ਤੁਸੀਂ ਹਮੇਸ਼ਾ ਜਦੋਂ ਵੀ ਮੈਂ ਕਹਿੰਦਾ ਫਾਈਲ ਲਾਓ, ਚਾਹੇ ਕਿਸੇ ਕੋਲੋਂ ਵੀ ਲਗਾਓ, ਮੇਰੇ ਕੋਲ ਲਗਾਓ, ਕਿਸੇ ਕੋਲ ਵੀ ਲਗਾਓ, ਸਲਾਹ ਲੈ ਕੇ ਉਹਦੇ ਬਾਅਦ ਵੀ 2 ਜਣਿਆਂ ਦੀ ਸਲਾਹ ਲਓ, ਐਡਵਾਈਸ ਲਓ, ਫਿਰ ਉਹਨੂੰ ਘਰੇ ਵਿਚਾਰੋ, ਫਿਰ ਉਸ ਤੋਂ ਬਾਅਦ ਆਪਣਾ ਡਿਸੀਜਨ ਅਪਲਾਈ ਕਰਨ ਦਾ ਲਵੋ। ਕਿਉਂਕਿ ਜਿਹੜਾ ਕੰਸਲਟੈਂਟ ਤੁਹਾਡੀ ਕਾਉਂਸਲਿੰਗ ਸਿਰਫ ਵੀਜ਼ਾ ਦੇ ਨੂੰ ਸੈਂਟਰਿਕ ਰੱਖ ਕੇ ਕਰ ਰਿਹਾ ਜਾਂ ਸਿਰਫ ਪੈਸੇ ਨੂੰ ਸੈਂਟਰਿਕ ਲੈ ਕੇ ਚੱਲ ਰਿਹਾ ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਪੱਖ 'ਚ ਨਹੀਂ ਭੁਗਤ ਸਕਦਾ। ਪਰ ਜਿਹੜਾ ਕੰਸਲਟੈਂਟ ਤੁਹਾਡੀ ਐਜੂਕੇਸ਼ਨ ਨੂੰ ਸੈਂਟਰਿਕ ਰੱਖ ਕੇ ਚੱਲ ਰਿਹਾ ਹੋਊਗਾ, ਜਿਹੜਾ ਪੜ੍ਹਾਈ ਦੀ ਗੱਲ ਕਰ ਰਿਹਾ ਹੋਊਗਾ, ਜਿਹੜਾ ਕੋਰਸ ਦੀ ਗੱਲ ਕਰ ਰਿਹਾ ਹੋਊਗਾ, ਉਹਦੇ ਲਈ ਵੀਜ਼ਾ ਕੱਢਣਾ ਔਖਾ ਨਹੀਂ ਹੈ। ਵੀਜ਼ਾ ਤਾਂ ਅਗਲਾ ਕੰਮ ਕਰਦਾ ਹੀ ਹੈ ਵੀਜ਼ੇ ਦਾ, ਲੇਕਿਨ ਉਹ ਪੜ੍ਹਾਈ ਨੂੰ ਮੇਨ ਲੈ ਕੇ ਚੱਲੂਗਾ ਤੇ ਅਗਲਾ ਕੱਢ ਦੂਗਾ। ਜੇ ਆਪਾਂ ਪੈਕੇਜਾਂ ਜਾਂਦੇ ਵਾ ਜਾ ਕੇ ਲਾਟਰੀ ਵਾਂਗੂ ਫਾਈਲਾਂ ਲਾਈ ਜਾਂਦੇ ਹਾਂ ਤੇ ਆਪਾਂ ਆਪਣੇ ਪ੍ਰੋਫਾਈਲ ਦਾ ਸਤਿਆਨਾਸ਼ ਮਾਰਨ ਤੋਂ ਇਲਾਵਾ ਕੁਝ ਨਹੀਂ ਕਰ ਰਹੇ। ਆਪਾਂ ਗੱਲ ਕਰ ਰਹੇ ਸੀਗੇ ਕਿ ਕਿਹੜੇ ਤਰੀਕੇ ਆ ਜਿਹਦੇ ਨਾਲ ਅਵੋਇਡ ਕਰੀਏ ਕੁਝ ਚੀਜ਼ਾਂ ਕਿ ਰਿਫਿਊਜ਼ਲ ਨਾ ਆਵੇ। ਇੱਕ ਬਹੁਤ ਵੱਡਾ ਸੈਗਮੈਂਟ ਆ ਆਇਲਸ ਦਾ, ਜਿਨ੍ਹਾਂ ਦੇ ਇੱਕ ਵਿੱਚ 5.5 ਬੈਂਡ ਹੈ, ਬਹੁਤ ਵੱਡਾ ਸੈਗਮੈਂਟ ਆਫ ਸਟੂਡੈਂਟਸ ਹੈ, ਉਹਨਾਂ ਬਾਰੇ ਕੀ ਕਹੋਗੇ? ਦੇਖੋ ਇਹ ਸਾਰੇ ਬੱਚਿਆਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਆ। ਅੱਜ ਦੀ ਡੇਟ 'ਚ ਵੀ ਵੀਜ਼ੇ ਆ ਰਿਹਾ, ਇੱਕ 'ਚ 5.5 ਵਾਲਾ ਰਿਫਿਊਜ਼ ਵੀ ਹੁੰਦਾ ਤੇ ਇੱਕ 'ਚ 5.5 ਵਾਲੇ ਦਾ ਵੀਜ਼ਾ ਵੀ ਹੁੰਦਾ। ਕਮੀ ਉਹਨਾਂ ਦੇ ਪ੍ਰੋਫਾਈਲ 'ਚ 5.5 'ਚ ਨਹੀਂ ਗੀ, ਇੱਕ 'ਚ 5.5 ਈਜ਼ੀਲੀ ਅਸੈਪਟੇਬਲ ਹੈ। ਉਹਦੇ ਅਗੇਂਸਟ ਤੁਹਾਡੇ ਸਬਜੈਕਟ ਦਾ ਸਕੋਰ ਕੀ ਹੈ, ਤੁਸੀਂ ਕੋਰਸ ਕਿੱਦਾਂ ਦਾ ਲਿਆ, ਤੁਹਾਡੇ ਕੋਰਸ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਪ੍ਰੋਗਰੈਸ਼ਨ ਹੈਗੀ ਹੈ ਕਿ ਨਹੀਂ। ਕਿਉਂਕਿ ਜ਼ਿਆਦਾਤਰ ਬੱਚੇ ਯੂਨੀਵਰਸਿਟੀਆਂ ਨੂੰ ਦਰਕਨਾਰ ਕਰ ਦਿੰਦੇ ਨੇ ਔਰ ਸਿਰਫ ਡਿਪਲੋਮੇ 'ਤੇ ਸੈਂਟਰ ਹੋ ਕੇ ਚੱਲਦੇ ਨੇ, ਔਰ ਉਹਨਾਂ ਦੇ ਪੇਰੈਂਟਸ ਵੀ ਨਾਲ ਨੇ ਕਿ ਨਹੀਂ, ਕਿਉਂਕਿ ਆਪਾਂ ਨੂੰ ਪਤਾ ਲੱਗ ਗਿਆ ਡਿਪਲੋਮੇ 'ਚ ਫੀਸ ਘੱਟ ਹੈ। ਆਪਾਂ ਜਾ ਕੇ ਏਜੰਟ ਨੂੰ ਸਭ ਤੋਂ ਪਹਿਲਾਂ ਇਹ ਕਹਿੰਦੇ ਨਹੀਂ ਭਾਜੀ ਡਿਪਲੋਮੇ 'ਚ ਹੀ ਕਰਨਾ, ਡਿਗਰੀ 'ਚ ਨਹੀਂ ਕਰਨਾ। ਹੁਣ ਜਦੋਂ ਤੁਸੀਂ ਅਗਲੇ ਨੂੰ ਰੋਕ ਹੀ ਦਿੱਤਾ ਤੇ ਉਹ ਅਗਲੇ ਦੀ ਰੋਜ਼ੀ ਰੋਟੀ ਦਾ ਕੰਸਲਟੈਂਟ ਹੀ ਕਲਾਇੰਟ ਹੀ ਹੈ, ਉਹਨੇ ਉੱਥੋਂ ਪੈਸੇ ਕਮਾਣੇ, ਉਹਨੂੰ ਨਾਰਾਜ਼ ਕਰੂਗਾ, ਉਹਨੂੰ ਪਤਾ ਇਹਨੇ ਉੱਠ ਕੇ ਚੱਲ ਜਾਣਾ, ਉਹਨੇ ਕਹਿਣਾ ਠੀਕ ਹੈ ਭਾਜੀ ਡਿਪਲੋਮੇ 'ਚ ਕਰੋ, ਨੋ ਪ੍ਰੋਬਲਮ। ਉਹਨੂੰ ਪਤਾ ਵੀ ਚਲੋ ਲਾਟਰੀ ਸਮਝ ਲਓ, ਲੱਗ ਗਿਆ ਠੀਕ ਹੈ, ਨਹੀਂ ਲੱਗਾ ਤਾਂ ਕੋਈ ਗੱਲ ਨਹੀਂ, ਠੀਕ ਹੈ ਨਹੀਂ। ਸੋ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਹੈਗੇ ਆ ਸੈਕਸ਼ਨ ਮਾਈਂਡ ਦੇ, ਉਹਨਾਂ ਨੂੰ ਓਪਨ ਕਰੋ, ਠੀਕ ਹੈ ਨਹੀਂ। ਯੂਨੀਵਰਸਿਟੀ ਔਰ ਡਿਪਲੋਮੇ ਦੇ ਵਿੱਚ ਅੱਜ ਕੱਲ੍ਹ ਕੋਈ ਖਾਸ ਫਰਕ ਨਹੀਂ ਰਹਿ ਗਿਆ। ਅਗਰ ਆਪਾਂ ਕਿਸੇ ਵੀ ਅੱਛੇ ਕਾਲਜ ਦੇ ਡਿਪਲੋਮੇ ਦੀ ਫੀਸ ਦੀ ਗੱਲ ਕਰੀਏ, ਚਾਹੇ ਆਪਾਂ ਹੰਬਰ ਕਾਲਜ ਲੈ ਲਈਏ, ਸ਼ੈਰੀਡਨ ਕਾਲਜ ਲੈ ਲਈਏ, ਸੈਨਿਕਾ ਕਾਲਜ ਲੈ ਲਈਏ, ਇਹਨਾਂ ਕਾਲਜਾਂ ਦੀ ਫੀਸ $16,000 $17,000 ਹੈ, ਔਰ ਉੱਧਰਲੇ ਪਾਸੇ ਡਿਗਰੀ ਤੁਹਾਨੂੰ 12,000 18,000 19,000 'ਚ ਮਿਲ ਜਾਂਦੀ ਹੈ। 1 ਲੱਖ ਰੁਪਏ 1.5 ਲੱਖ ਰੁਪਏ ਦੀ ਫੀਸ ਦਾ ਫਰਕ ਰਹਿ ਜਾਂਦਾ, ਪਰ ਉਹਦੇ ਚੱਕਰ 'ਚ ਤੁਸੀਂ ਆਪਣੇ ਪੂਰੇ ਪ੍ਰੋਫਾਈਲ ਨੂੰ ਖਰਾਬ ਕਰ ਲੈਂਦੇ ਹੋ। ਸੋ ਸਭ ਤੋਂ ਪਹਿਲਾਂ ਉਹਨੂੰ ਕਰੈਕਟ ਕਰਨਾ ਸ਼ੁਰੂ ਕਰੋ। ਕਾਲਜ ਜਾਣਾ ਹੈ, ਯੂਨੀਵਰਸਿਟੀ ਜਾਣਾ ਹੈ, ਡਿਗਰੀ ਜਾਣਾ ਹੈ ਜਾਂ ਡਿਪਲੋਮਾ ਜਾਣਾ ਹੈ, ਇਹਦਾ ਸਲਾਹ ਘਰੇ ਹੀ ਫਾਈਨਲ ਨਾ ਕਰਿਆ ਕਰੋ। ਇਹ ਪਹਿਲਾਂ ਆਪਣੇ ਕੰਸਲਟੈਂਟ ਨਾਲ ਆਪਣੇ ਪ੍ਰੋਫਾਈਲ ਨੂੰ ਸਮਝੋ, 1 ਨਾ ਨਹੀਂ ਸਮਝੋ, 2 ਨਾ ਸਮਝੋ, 4 ਨਾ ਸਮਝੋ। ਜਿਹੜਾ ਵੀ ਤੁਹਾਡੀ ਪੜ੍ਹਾਈ ਨੂੰ ਲੈ ਕੇ ਸਹੀ ਗੱਲ ਕਰ ਰਿਹਾ ਹੋਊਗਾ ਸਰ, ਉਹੀ ਤੁਹਾਨੂੰ ਵੀਜ਼ਾ ਦਵਾ ਸਕਦਾ ਹੈ। ਜਿਹੜਾ ਕੱਲੀ ਵੀਜ਼ੇ ਦੀ ਗੱਲ ਕਰੂਗਾ ਉਹ ਆਪਣੇ ਕਮਾਊਗਾ, ਜਿਹੜਾ ਕੱਲੇ ਤੁਹਾਡੇ ਸਸਤੇ ਹੋਣ ਦੀ ਗੱਲ ਕਰੂਗਾ ਉਹ ਵੀ ਆਪਣੇ ਕਮਾਉਣ ਦੀ ਕੋਸ਼ਿਸ਼ ਕਰੂਗਾ। ਅਗਰ ਤੁਸੀਂ ਵੀਜ਼ਾ ਲੈਣਾ ਤਾਂ ਕੰਸਲਟੈਂਟ ਉਹ ਚਾਹੀਦਾ ਹੈ ਜਿਹੜਾ ਤੁਹਾਡੇ ਕੋਰਸ ਦੀ, ਤੁਹਾਡੇ ਐਜੂਕੇਸ਼ਨ ਦੀ, ਉਹ ਤੁਹਾਡੇ ਕਾਲਜ ਦੀ, ਤੁਹਾਡੀ ਯੂਨੀਵਰਸਿਟੀ ਦੀ ਗੱਲ ਕਰੇ, ਨਾ ਕਿ ਜਿਹੜਾ ਸਿਰਫ ਸਸਤੇ ਹੋਣ ਦੀ ਗੱਲ ਕਰੇ। ਸੋਸ਼ਲ ਮੀਡੀਆ ਤੇ ਇੱਕ ਇਹ ਵੀ ਡਿਬੇਟ ਚੱਲਦੀ ਹੈ ਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਗਵਰਨਮੈਂਟ ਕਾਲਜ 'ਚ ਜਾਂਦੇ ਹੋ ਤਾਂ ਤੁਹਾਡੇ ਚਾਂਸਿਸ ਵੱਧ ਜਾਂਦੇ ਆ ਵੀਜ਼ਾ ਦੇ। ਦੇਖੋ ਬੇਸਿਕਲੀ ਕੀ ਹੈ ਕਿ ਇੱਦਾਂ ਕੁਛ ਨਹੀਂ ਗਾ ਕਿ ਗਵਰਨਮੈਂਟ 'ਚ ਵੀਜ਼ਾ ਆਉਂਦਾ ਔਰ ਪ੍ਰਾਈਵੇਟ 'ਚ ਨਹੀਂ ਆਉਂਦਾ। ਵੀਜ਼ੇ ਸਾਰੀ ਜਗ੍ਹਾ ਆਉਂਦੇ ਆ। ਵੀਜ਼ਾ ਫਾਈਨਲੀ ਤੁਹਾਡੇ
ਪ੍ਰੋਫਾਈਲ ਤੇ ਆਉਣਾ ਹੈ। ਗਵਰਨਮੈਂਟ ਦੇ ਕਰਕੇ ਰਿਫਿਊਜ਼ ਨਹੀਂ ਹੋਣਾ ਤੇ ਅਪਰੂਵ ਨਹੀਂ ਹੋਣਾ। ਬਟ ਹਾਂ, ਉਸ ਤੋਂ ਬਾਅਦ ਕਈ ਇਦਾਂ ਦੇ ਫੈਕਟਰ ਨੇ ਜਿਹੜੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ, ਜਿਹੜੇ ਤੁਹਾਡੇ ਮਤਲਬ ਵੀਜ਼ਾ ਦੇ ਡਿਸੀਜਨ ਨੂੰ ਸ਼ਾਇਦ ਬਹੁਤ ਜ਼ਿਆਦਾ ਨਹੀਂ ਬਦਲ ਸਕਦੇ, ਪਰ ਵੀਜ਼ਾ ਦੇ ਡਿਸੀਜਨ ਨੂੰ ਪੋਜ਼ਿਟਿਵ ਕਰਨ 'ਚ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਆ। ਸੋ ਉਹਦੇ 'ਚ ਗਵਰਨਮੈਂਟ ਫੰਡਡ ਕਾਲਜ ਦਾ ਹੋਣਾ ਵੀ ਇੱਕ ਵੈਲਿਊ ਪਲੇ ਕਰਦਾ ਹੈ। ਜੇ ਯੂਨੀਵਰਸਿਟੀ ਹੋਵੇ ਤਾਂ ਹੋਰ ਜ਼ਿਆਦਾ ਵੈਲਿਊ ਪਲੇ ਹੁੰਦੀ ਹੈ। ਉਹਦੇ ਵਿੱਚ ਜੇ ਤੁਸੀਂ ਅੱਗੇ RNIP ਰੀਜਨ ਲੈ ਲਿਆ, PNP ਪ੍ਰੋਗਰਾਮਸ ਲੈ ਲਏ, ਐਟਲਾਂਟਿਕ ਰੀਜਨ ਲੈ ਲਏ, ਤਾਂ ਉਹਨਾਂ ਨਾਲ ਹੋਰ ਵੀ ਫਾਇਦਾ ਹੁੰਦਾ ਹੈ। ਸੋ ਇਹ ਚੀਜ਼ਾਂ ਸਿਰਫ ਤੁਹਾਨੂੰ ਹੋਰ ਬਰਸ਼ ਅਪ ਜਾਂ ਸਾਈਨ ਅਪ ਕਰਦੀਆਂ ਨੇ ਔਰ ਤੁਹਾਡੇ ਚਾਂਸਿਸ ਨੂੰ ਵਧਾਉਂਦੀਆਂ ਨੇ। ਬਟ ਬੇਸਿਕ ਜਿਹੜਾ ਵੀਜ਼ਾ ਦਾ ਡਿਸੀਜਨ ਆ ਉਹ ਤੁਹਾਡੇ ਪ੍ਰੋਫਾਈਲ ਦੇ ਉੱਤੇ ਉਹਦਾ ਬਹੁਤ ਵੱਡਾ ਰੋਲ ਹੈ। ਸੋ ਉਹ ਇੰਪੋਰਟੈਂਟ ਕੋਰ ਚੀਜ਼ ਹੈ। ਸਟੂਡੈਂਟ ਮਤਲਬ ਇੰਸਟੀਟਿਊਟ ਸਿਲੈਕਟ ਕਰਨ ਲੱਗੇ ਬਹੁਤ ਧਿਆਨ ਦੇਵੇ। ਯੈਸ, ਐਂਡ ਕੋਰਸ ਨੂੰ ਸਿਲੈਕਟ ਕਰਨ ਲੱਗੇ ਬਹੁਤ ਧਿਆਨ ਦੇਵੇ। ਅਗਰ ਇਹ ਦੋ ਚੀਜ਼ਾਂ ਦੇ ਬੱਚਾ ਫੋਕਸਡ ਹੈ ਤਾਂ 100% ਆਪਣਾ ਬੱਚਾ ਵੀਜ਼ਾ ਸਿਕਿਉਰ ਕਰ ਸਕਦਾ ਹੈ। ਅਗਰ ਸਿਰਫ ਉਹ ਇਸ ਚੀਜ਼ ਤੇ ਫੋਕਸਡ ਹੈ ਕਿ ਮੈਂ ਪੈਸੇ ਬਚਾਉਣੇ ਆ, ਮੈਂ ਇੱਥੋਂ ਵੀ ਬਚਾ ਲਾਂ, ਮੈਂ ਕਾਲਜ 'ਚ ਵੀ ਚੱਲ ਜਾਂ, ਫਿਰ ਕਾਲਜ 'ਚੋਂ ਵੀ ਮੈਂ ਸਸਤੇ ਕਾਲਜ 'ਚ ਚੱਲ ਜਾਂ, ਫਿਰ ਉਹਦੇ 'ਚੋਂ ਵੀ ਮੈਂ ਐਸੇ ਕਾਲਜ 'ਚ ਚੱਲ ਜਾਂ ਜਿਹੜਾ ਮੈਨੂੰ 2 'ਚ 5.5 ਨਾਲ ਹੀ ਲੈ ਲੇ, ਜਾਂ ਮੈਂ ਐਸੇ ਏਜੰਟ ਕੋਲ ਚੱਲ ਜਾਂ ਜਿਹੜਾ ਮੈਨੂੰ 1 'ਚ 5.5 ਤੇ ਵੀ ਕਵੇ ਵੀ 100% ਵੀਜ਼ਾ ਆ ਜੂ, ਟੈਨਸ਼ਨ ਲੈਣ ਦੀ ਲੋੜ ਨਹੀਂ। ਸੋ ਜੇ ਤੁਸੀਂ ਗਰੰਟੀਆਂ ਵਾਲੇ ਏਜੰਟ ਲੱਭ ਰਹੇ ਹੋ ਤਾਂ ਮੈਂ ਤੁਹਾਡੀ ਨੌਲੇਜ ਲਈ ਦੱਸ ਦਿੰਦਾ ਕਿ ਕਿਸੇ ਏਜੰਟ ਕੋਲ ਵੀਜ਼ਾ ਨਹੀਂ ਪਿਆ, ਵੀਜ਼ਾ ਅੰਬੈਸੀ ਪਿਆ, ਔਰ ਉੱਥੋਂ ਇੱਕ ਚੰਗਾ ਪ੍ਰੋਫਾਈਲੀ ਵੀਜ਼ਾ ਲੈ ਕੇ ਆ ਸਕਦਾ। ਪ੍ਰੋਗਰੈਸ਼ਨ, ਲਾਸਟ ਸਵਾਲ ਮੇਰਾ, ਪ੍ਰੋਗਰੈਸ਼ਨ ਅੱਜ ਦੀ ਡੇਟ 'ਚ ਜ਼ਿਆਦਾ ਇੰਪੋਰਟੈਂਟ ਹੋ ਗਈ, ਵਰਡ ਜਿਹੜਾ ਜ਼ਿਆਦਾ ਸੁਣਨ ਨੂੰ ਮਿਲਣ ਲੱਗਿਆ ਪਿਛਲੇ 3-4 ਮਹੀਨਿਆਂ 'ਚ, ਜਾਂ ਪਹਿਲਾਂ ਵੀ ਹੁੰਦਾ ਸੀ? ਪਹਿਲਾਂ ਵੀ ਸੀਗਾ ਸਰ, ਲੇਕਿਨ ਪਹਿਲਾਂ ਕਿਤੇ ਨਾ ਕਿਤੇ ਦੇਖੋ ਇੱਕ ਮਾਹੌਲ ਹੁੰਦਾ, ਇੱਕ ਸਮਾਂ ਹੁੰਦਾ ਜਦੋਂ ਹੜ੍ਹ ਚੱਲ ਰਹੇ ਹੁੰਦੇ ਆ। ਸੋ ਪਹਿਲਾਂ ਪੈਂਡੈਮਿਕ ਤੋਂ ਪਹਿਲਾਂ ਸਿਨਾਰੀਓ ਹੋਰ ਹੁੰਦਾ ਸੀ ਕੈਨੇਡਾ ਦਾ। ਅੱਜ ਦੀ ਡੇਟ 'ਚ ਕੈਨੇਡਾ ਨੇ ਹੁਣ ਇਹ ਭਾਫ ਲਿਆ ਕਿ ਦੇਖੋ ਪੈਂਡੈਮਿਕ ਵਰਗੀ ਸਿਚੁਏਸ਼ਨ 'ਚ ਵੀ ਸਟੂਡੈਂਟ ਲਾਈਨ ਲਾ ਕੇ ਖੜਾ ਹੈ, 1.5 ਸਾਲ ਫਾਈਲਾਂ ਐਮਬੈਸੀ 'ਚ ਰਹਿ ਗਈਆਂ ਔਰ ਬੱਚੇ ਨੇ ਕਢਾਈਆਂ ਨਹੀਂ। ਠੀਕ ਹੈ ਜੀ, ਇਹਦਾ ਮਤਲਬ ਕਿ ਬੱਚਾ ਮੇਰੇ ਕੋਲ ਲਾਈਨ ਲਾ ਕੇ ਖੜਾ ਹੈ ਤਾਂ ਮੈਂ ਕਿਉਂ ਕਾਹਲੀ ਕਰਾਂ ਗਲਤ ਬੱਚੇ ਨੂੰ ਲੈਣ ਦੀ, ਮੈਂ ਹੋਰ ਸਾਫ਼ ਬੱਚਾ ਚੱਕਾਂ, ਮੇਰੇ ਕੋਲ ਤਾਂ ਬੱਚਾ ਆਉਣਾ ਹੀ ਚਾਹੁੰਦਾ ਹੈ। ਸੋ ਕਿ ਜਦੋਂ ਵੀ ਕੋਈ ਕੰਟਰੀ ਨੂੰ ਆਪਣੀ ਵੈਲਿਊ ਸਮਝ ਆਉਣ ਲੱਗਦੀ ਹੈ ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਜਿਹੜੀਆਂ ਕੰਡੀਸ਼ਨਾਂ ਉਹ ਵਧਾਊਗੀ। ਮੰਨ ਲਓ ਅੱਜ ਦੀ ਡੇਟ 'ਚ UK ਆ, ਉਹਨੇ ਆਪਣੀ ਜਗ੍ਹਾ ਬਣਾਉਣੀ ਹੈ, ਉਹ ਕਿੰਨਾ ਵੱਡਾ ਸਕਸੈਸ ਰੇਟ ਦੇ ਰਿਹਾ, ਹੁਣ ਬਹੁਤ ਸਾਰਾ ਬੱਚਾ ਉਹਦੇ ਲਈ ਅਪਲਾਈ ਕਰ ਰਿਹਾ, ਬਹੁਤ ਬੱਚਾ ਇਹਦੇ 'ਚ ਫਾਇਦਾ ਚੱਕੂਗਾ। ਲੇਕਿਨ ਜਿੱਦਾਂ ਹੀ ਬੱਚਾ ਜ਼ਿਆਦਾ ਦੇਖਣ ਲੱਗੂਗਾ UK ਨੂੰ, UK 'ਚ ਵੀ ਕਿਤੇ ਨਾ ਕਿਤੇ ਸਟ੍ਰਿਕਨੈਸ ਆ ਸਕਦੀਆਂ, ਹੋ ਸਕਦਾ ਜਿਹੜੇ ਲੇਟ ਅਪਲਾਈ ਕਰਨ ਉਹਨਾਂ ਨੂੰ ਇਹ ਮੌਕੇ ਨਾ ਮਿਲਣ। ਸੋ ਸੇਮ ਇਸ ਟਾਈਮ ਕੈਨੇਡਾ 'ਚ ਹੈ ਕਿ ਉਹਨਾਂ ਨੂੰ ਪਤਾ ਕਿ ਹੁਣ ਸਾਡੇ ਕੋਲ ਬਹੁਤ ਬੱਚਾ ਹੁੰਦਾ, ਸੋ ਕਿਤੇ ਨਾ ਕਿਤੇ ਇੱਕ ਸਾਫ਼ ਸੁਥਰੇ ਪ੍ਰੋਫਾਈਲ ਦੀ ਦੌੜ 'ਚ ਕੈਨੇਡਾ ਵੀ ਹੈਗਾ। ਸੋ ਆਪਣੇ ਪ੍ਰੋਫਾਈਲ ਨੂੰ ਜਾਂ ਤਾਂ ਤੁਸੀਂ ਸਾਫ਼ ਸੁਥਰਾ ਪੜ੍ਹਾਈ ਦੇ ਦੌਰਾਨ ਬਣਾ ਸਕਦੇ ਹੋ, ਜਾਂ ਉਹਦੇ 'ਚ ਜਿਹੜਾ ਵਰਕਆਊਟ ਹੈ ਉਹ ਤੁਹਾਡਾ ਕੰਸਲਟੈਂਟ ਕਰ ਸਕਦਾ ਉਹਨੂੰ ਵਧੀਆ ਤਰੀਕੇ ਨਾਲ ਪੇਸ਼ ਕਰਕੇ। ਸੋ ਦੋਸਤੋ, ਇਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਪੁਆਇੰਟ ਕਵਰ ਕੀਤੇ ਆ। ਉਮੀਦ ਹੈ ਕਿ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲੇ ਹੋਣਗੇ। ਧੰਨਵਾਦ। ਥੈਂਕ ਯੂ।